ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਮੇਰੇ ਨਾਲ ਨੇ ਸੁਪ੍ਰਸਿੱਧ ਡਾਕਟਰ ਅਰੁਣ ਭੰਡਾਰੀ, ਨਿਊਰੋ ਸਰਜਨ ਨੇ, ਬੜੇ ਸੀਨੀਅਰ ਕੰਸਲਟੈਂਟ ਹੈਗੇ ਨੇ ਤੇ ਅੱਜ ਇਹਨਾਂ ਨੂੰ ਸਪਾਈਨ ਦੀ, ਰੀੜ੍ਹ ਦੀ ਹੱਡੀ ਦੀ ਬਹੁਤ ਮਹਾਰਤ ਹਾਸਲ ਹੈ। ਇਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੇਲਾ ਸੀ ਜਦੋਂ ਪੂਰਾ ਸਮਾਜ ਜਿਹੜਾ ਸੀਗਾ ਉਹ ਤੰਦਰੁਸਤ ਹੋਇਆ ਕਰਦਾ ਸੀ, ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਟਾਵੇਂ ਬੰਦੇ ਨੂੰ ਹੋਇਆ ਕਰਦੀ ਸੀ। ਅੱਜ ਕੀ ਕਾਰਨ ਹੈ ਕਿ ਹਰ ਬੰਦਾ ਗੋਡਾ ਫੜੀ ਫਿਰਦਾ, ਹਰ ਬੰਦਾ ਮੋਢਾ ਫੜੀ ਫਿਰਦਾ ਤੇ ਹਰ ਬੰਦਾ ਕਹਿੰਦਾ ਮੇਰੀ ਡਿਸਕ 'ਚ ਪ੍ਰੋਬਲਮ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਅੱਛਾ, ਨਮਸਕਾਰ ਜੀ। ਦੇਖੋ, ਬਹੁਤ ਸਾਰੀਆਂ ਆਪਣੇ ਖਾਣ ਦੇ ਵਿੱਚ ਫੂਡ ਹੈਬਿਟਸ ਜਿਹੜੀਆਂ ਬੜੀਆਂ ਬਦਲ ਗਈਆਂ ਹੈਗੀਆਂ। ਸਿਡੈਂਟਰੀ ਲਾਈਫ ਸਟਾਈਲ ਹੈਗਾ, ਓਬੈਸਿਟੀ ਹੈ, ਸਮੋਕਿੰਗ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੱਜ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ। ਪੂਰਾ ਦਿਨ ਬੈਠ ਕੇ ਕੰਮ ਕਰਨਾ, ਏਸੀ 'ਚ ਰਹਿਣਾ, ਕੋਈ ਵੀ ਆਪਾਂ ਧੁੱਪ ਦੇ ਵਿੱਚ ਨਹੀਂ ਜਾਂਦੇ, ਵਿਟਾਮਿਨ ਡੀ ਦੀ ਕਮੀ ਹੈਗੀ ਆ। ਇਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਆਪਣੇ ਹੱਡੀਆਂ ਦੇ ਵਿੱਚ ਤੇ ਖਾਸ ਕਰ ਰੀੜ੍ਹ ਦੀ ਹੱਡੀ, ਕਿਉਂਕਿ ਵੇਟ ਵਧਣ ਦੇ ਨਾਲ ਸਭ ਤੋਂ ਪਹਿਲਾ ਅਸਰ ਜਿਹੜਾ ਹੈਗਾ ਆਪਣੀ ਰੀੜ੍ਹ ਦੀ ਹੱਡੀ 'ਚ ਪੈਂਦਾ ਹੈ। ਸੋ ਉਹਦੇ ਨਾਲ ਇਹ ਸਾਰੀਆਂ ਚੇਂਜਸ ਦਿਖਣ ਨੂੰ ਮਿਲ ਰਹੀਆਂ ਹੈਗੀਆਂ। ਪਹਿਲਾਂ ਵੀ ਇਹ ਗੱਲ ਨਹੀਂ ਹੈਗੀ, ਚੇਂਜਸ ਪਹਿਲਾਂ ਵੀ ਆਉਂਦੇ ਸੀ, ਪਰ ਲੋਕੀ ਬਹੁਤ ਐਕਟਿਵ ਸੀਗੇ। ਸੈਰ ਕਰਨਾ, ਮਤਲਬ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਸੀ, ਘਰ ਦੇ ਕੰਮ ਹੋ ਗਏ ਜਾਂ ਕੁਛ ਵੀ ਹੋ। ਬਟ ਹੁਣ ਉਹ ਸਾਰੇ ਸਿਸਟਮ ਚੇਂਜ ਹੋਣ ਦੇ ਕਾਰਨ ਇਹ ਦੇਖਿਆ ਜਾਂਦਾ ਹੈ ਕਿ ਰੀੜ੍ਹ ਦੀ ਹੱਡੀ ਦੀ ਤਕਲੀਫਾਂ ਦਿਨ ਬਰ ਦਿਨ ਵੱਧ ਰਹੀਆਂ ਹੈਗੀਆਂ। ਤੁਹਾਡਾ ਲੰਬਾ ਤਜਰਬਾ ਹੈਗਾ ਤੇ ਇੱਕ ਨਿਊਰੋ ਸਰਜਨ ਵੀ ਹੈਗੇ ਹੋ ਤੁਸੀਂ ਤੇ ਰੀੜ੍ਹ ਦੀ ਹੱਡੀ ਦੇ ਮਾਮਲੇ ਦੇ ਵਿੱਚ ਵੀ ਐਕਸਪਰਟ ਹੋ। ਹਾਲੇ ਤੱਕ ਦੇ ਕੈਰੀਅਰ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਕਿਹੜੀ ਜਿਹੜੀ ਰੀੜ੍ਹ ਦੀ ਹੱਡੀ ਦੀ ਜਿਹੜੀ ਪ੍ਰੋਬਲਮ ਹੈ ਉਹ ਕਾਮਨ ਹੈ, ਜਿਹੜੀ ਹਰ ਬੰਦੇ ਦੇ ਵਿੱਚ ਆ ਰਹੀ ਹੈ, ਤੇ ਉਸ ਤੋਂ ਬਚਣ ਲਈ ਕੀ ਕਰਨਾ ਪਏਗਾ? ਤੇ ਸਭ ਤੋਂ ਜ਼ਿਆਦਾ ਕਾਮਨ ਤਾਂ ਜਿਹੜੀ ਤਕਲੀਫ ਹੈ ਉਹ ਡਿਸਕ ਦੀ ਹੀ ਹੈਗੀ ਹੈ, ਸਲਿਪ ਡਿਸਕ ਜਿਹਨੂੰ ਆਪਾਂ ਕਹਿੰਦੇ ਹੈਗੇ। ਦੇਖੋ, ਉਮਰ ਦੇ ਹਿਸਾਬ ਦੇ ਨਾਲ ਤਬਦੀਲੀਆਂ ਤਾਂ ਹਰ ਇੱਕ 'ਚ ਆਣੀ ਹੈ, ਉਹਦੇ 'ਚ ਕੋਈ ਰੋਕ ਟੋਕ ਨਹੀਂ ਹੈ। ਸੋ ਉਹਨੂੰ ਬੇਸਿਕਲੀ ਰੋਕਣ ਵਾਸਤੇ ਹੀ ਮੈਂ ਕਹਿੰਦਾ ਹਾਂ ਕਿ ਆਪਣੀ ਲਾਈਫ ਨੂੰ ਇਸ ਤਰ੍ਹਾਂ ਬਣਾਓ ਕਿ ਐਕਸਰਸਾਈਜ਼ ਹਮੇਸ਼ਾ ਆਪਣਾ ਐਕਟਿਵ ਰੱਖੋ ਆਪਣੇ ਆਪ ਨੂੰ। ਤੇ ਇਹ ਜਿਹੜੇ ਜੰਕ ਫੂਡ ਹੈਗੇ ਹੈ, ਜਿਹੜੇ ਉਲਟੀਆਂ ਸਿੱਧੀਆਂ ਖਾਣ ਦੀ ਆਪਣਾ ਵੈਸਟਰਨ ਕਲਚਰ ਤੋਂ ਆਈਆਂ ਹੈਗੀਆਂ ਚੀਜ਼ਾਂ, ਉਹਨਾਂ ਨੂੰ ਆਪਾਂ ਨੂੰ ਅਵੋਇਡ ਕਰਨਾ ਹੀ ਚਾਹੀਦਾ ਹੈ। ਡਿਸਕ ਨੂੰ ਬਚਾਉਣ ਵਾਸਤੇ ਐਕਸਰਸਾਈਜ਼ ਹੀ ਇੱਕ ਤਰੀਕਾ ਹੈਗਾ, ਆਪਣੇ ਪਿੱਠ ਨੂੰ ਸਟਰੋਂਗ ਰੱਖਣਾ, ਤਾਂ ਕਿ ਸਾਰਾ ਭਾਰ ਜਿਹੜਾ ਆਪਣਾ ਵਜਨ ਜਿਹੜਾ ਹੈ ਰੀੜ੍ਹ ਦੀ ਹੱਡੀ 'ਚ ਨਾ ਪੈ ਕੇ ਕੁਝ ਮਸਲਸ ਜਿਹੜੇ ਆਪਣੇ ਮਾਸਪੇਸ਼ੀਆਂ ਹੈਗੀਆਂ ਉਹਨਾਂ ਨੇ ਦੀ ਸਪੋਰਟ ਪ੍ਰੋਪਰ ਰਹੇ। ਸੋ ਐਕਸਰਸਾਈਜ਼ ਆਪਣੇ ਲਈ ਕੀ ਹੈਗਾ, ਆਪਣੇ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਉਸ ਨੂੰ ਕਰਨ ਦੀ। ਐਕਸਰਸਾਈਜ਼ ਬੰਦਾ ਕਰ ਲੈਂਦਾ, ਮੰਨ ਲਓ ਵੀ ਐਕਸਰਸਾਈਜ਼ ਬੰਦਾ ਕੋਈ ਰੈਗੂਲਰ ਐਕਸਰਸਾਈਜ਼ ਵੀ ਕਰ ਰਹੇ ਨੇ, ਬਹੁਤ ਸਾਰੇ ਸਪੋਰਟਸ ਪਰਸਨ ਜਿਹੜੇ ਨੇ ਉਹ ਰੈਗੂਲਰ ਐਕਸਰਸਾਈਜ਼ ਵੀ ਕਰਦੇ ਨੇ, ਪਰ ਉਹਦੇ ਬਾਵਜੂਦ ਵੀ ਉਹਨਾਂ ਨੂੰ ਡਿਸਕ ਦੀ ਪ੍ਰੋਬਲਮ ਆਉਂਦੀ ਹੈ, ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਆਉਂਦੀ ਹੈ, ਉਹਨਾਂ ਨੂੰ ਮੋਢਿਆਂ ਦੀ ਪ੍ਰੋਬਲਮ ਆਉਂਦੀ ਹੈ, ਉਹਨਾਂ ਦੇ ਫਰੋਜ਼ਨ ਸ਼ੋਲਡਰਸ ਹੋ ਜਾਂਦੇ ਨੇ, ਅਲੱਗ-ਅਲੱਗ ਤਰ੍ਹਾਂ ਦੀਆਂ ਹੱਡੀਆਂ ਦੀ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਨੇ। ਇਹਦੇ ਪਿੱਛੇ ਦੇ ਤੁਸੀਂ ਕੀ ਕਾਰਨ ਸਮਝਦੇ ਹੋ? ਕਿ ਕਿਸੇ ਚੀਜ਼ ਦੀ ਡੈਫੀਸ਼ੀਐਂਸੀ ਹੈ ਜਾਂ ਫਿਰ ਕੋਈ ਓਵਰ ਚੀਜ਼ਾਂ ਜਿਹੜੀਆਂ ਲਿੱਤੀਆਂ ਜਾ ਰਹੀਆਂ ਨੇ ਜਿਹਦੇ, ਜਾਂ ਫਿਰ ਕੁਝ ਇਸ ਤਰ੍ਹਾਂ ਦੇ ਫੂਡ ਸਪਲੀਮੈਂਟਸ ਜਿਹੜੇ ਨੇ ਉਹ ਲਏ ਜਾ ਰਹੇ ਨੇ ਜਿਹਦੇ ਕਰਕੇ ਜਿਹੜੀ ਬੋਡੀ ਪ੍ਰੋਟੀਨ ਜਿਹੜੇ ਨੇ ਉਹ ਐਕਸੈਪਟ ਨਹੀਂ ਕਰ ਰਹੀ, ਐਨੀਮਲ ਪ੍ਰੋਟੀਨ ਜਿਹੜੀ ਹੈ ਬੋਡੀ ਐਕਸੈਪਟ ਨਹੀਂ ਕਰਦੀ ਆਪਣੀ, ਤੇ ਉਹ ਪ੍ਰੋਟੀਨ ਜਦੋਂ ਬੋਡੀ ਦੇ ਅੰਦਰ ਜਾਂਦਾ ਤਾਂ ਉਹ ਮਤਲਬ ਉਹੀ ਲੀਕੀ ਗਟ ਦਾ ਕਾਰਨ ਬਣਦਾ, ਉਹੀ ਆਪਣਾ ਜਿਹੜਾ ਉਹਦੇ ਜਿਹੜਾ ਆਟੋਇਮਿਊਨ ਡਿਸਆਰਡਰਸ ਦਾ ਕਾਰਨ ਬਣਦਾ ਹੈਗਾ। ਕਿ ਕਿੱਥੇ ਸਮਝਦੇ ਹੋ ਵੀ ਇਹ ਕਿੱਦਾਂ ਰੋਕਿਆ ਜਾ ਸਕਦਾ ਤੇ ਕਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਜਿਹੜੀ ਜ਼ਿਆਦਾ ਜ਼ਰੂਰਤ ਹੈ? ਠੀਕ ਹੈ, ਬਿਲਕੁਲ ਠੀਕ ਗੱਲ ਹੈ। ਦੇਖੋ, 2-3 ਚੀਜ਼ਾਂ ਹੈਗੀਆਂ ਇਹਦੇ ਵਿੱਚ, ਜਿਸ ਤਰ੍ਹਾਂ ਪਹਿਲਾਂ ਵੀ ਮੈਂ ਕਿਹਾ, ਇੱਕ ਤਾਂ ਵਿਟਾਮਿਨ ਡੀ ਦੀ ਕਮੀ। ਮੈਂ ਕਹਾਂ ਕਿਸੇ ਦਾ ਵੀ ਤੁਸੀਂ ਟੈਸਟ ਕਰਾ ਲਓ, ਵਿਟਾਮਿਨ ਡੀ ਤਾਂ ਘੱਟ ਹੈ ਹੀ ਹੈ, ਕਿਉਂਕਿ ਆਪਣਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੈਗਾ। ਧੁੱਪ ਤਾਂ ਜਾਂਦੇ ਹੈ ਹੀ ਨਹੀਂ ਆਪਾਂ, ਸੋ ਉਹਦੇ ਨਾਲ ਵਿਟਾਮਿਨ ਡੀ ਦੀ ਕਮੀ ਦੇ ਨਾਲ ਹੱਡੀਆਂ ਤਾਂ ਕਮਜ਼ੋਰ ਹੋਣੀਆਂ ਹੀ ਹੋਣੀਆਂ। ਸੈਕੰਡਲੀ, ਇੱਕ ਟ੍ਰੈਂਡ ਜਿਹੜਾ ਆਪਾਂ ਕਹਿੰਦੇ ਹੋ ਤੁਸੀਂ ਕਿ ਐਥਲੀਟ ਵੀ ਹੈਗੇ, ਲੋਕੀ ਐਕਸਰਸਾਈਜ਼ ਵੀ ਬੜਾ ਕਰਦੇ, ਫਿਰ ਵੀ ਉਹਨਾਂ ਨੂੰ ਡਿਸਕ ਦੀ ਪ੍ਰੋਬਲਮ ਹੁੰਦੀ ਹੈ। ਉਹਦਾ ਵੀ ਕਾਰਨ ਇਹ ਹੈਗਾ ਕਿ ਆਪਣਾ ਪ੍ਰੋਪਰ ਐਕਸਰਸਾਈਜ਼ ਨਹੀਂ ਹੈ। ਲੋਕਾਂ ਨੂੰ ਬਹੁਤ ਸ਼ੌਂਕ ਹੈ ਜਿਮ ਜਾਣ ਦਾ, ਜਿਮ ਬਣਾ ਕੇ ਆਪਣੇ ਮਸਲਸ ਬਣਾਉਣ ਦਾ, ਬਟ ਉਹ ਸਾਰਾ ਕਨਸੈਂਟਰੇਸ਼ਨ ਜਿਹੜਾ ਆਪਣੀ ਬਾਹਾਂ ਦੇ ਬਾਈਸੈਪਸ ਬਣਾਉਣੇ, ਟਰਾਈਸੈਪਸ ਬਣਾਉਣੇ, ਜਾਂ ਆਪਣੀ ਸ਼ੋਲਡਰ ਚੰਗੇ ਕਰਨੇ, ਬਟ ਜਿਹੜਾ ਬੈਕ ਹੈ ਉਹ ਹਮੇਸ਼ਾ ਨਿਗਲੈਕਟਡ ਰਹਿੰਦਾ ਹੈ, ਕਿਉਂਕਿ ਉਹ ਸ਼ਾਇਦ ਐਕਸਰਸਾਈਜ਼ ਇੰਨੀ ਜ਼ਿਆਦਾ ਦਿਖਦੀਆਂ ਵੀ ਨਹੀਂ, ਉਹਦੀ ਮਸਲਸ ਵੀ ਨਹੀਂ ਦਿਖਦੀਆਂ, ਲੋਕਾਂ ਨੂੰ ਸ਼ੌਂਕ ਵੀ ਨਹੀਂ ਉਹਨੂੰ ਬਣਾਉਣ ਦਾ। ਉਹ ਸਾਰਾ ਜਿਹੜਾ ਵੇਟ ਹੈ ਉਹ ਅਲਟੀਮੇਟਲੀ ਆਪਣੇ ਪਿੱਠ 'ਤੇ ਆ ਕੇ ਅਸਰ ਕਰਦਾ ਹੈਗਾ। ਫੂਡ ਹੈਬਿਟਸ, ਜਿਵੇਂ ਕਿ ਹੁਣ ਅਡਲਟਰੇਟਿਡ ਜਿਹੜੇ ਆਪਣੇ ਪ੍ਰੋਡਕਟਸ ਹੈਗੇ ਆ, ਅੱਜ ਕੱਲ੍ਹ ਤਾਂ ਕੁਝ ਵੀ ਭਰੋਸਾ ਨਹੀਂ ਹੈਗਾ ਕਿ ਕਿਹਦੇ ਵਿੱਚ ਕੀ ਮਿਲਾਵਟ ਹੈਗੀ ਆ। ਅਜੀਨੋਮੋਟੋ ਵਗੈਰਾ ਜਿਹੜੇ ਪਾਏ ਜਾਂਦੇ ਨੇ ਤਾਂ ਬਹੁਤ ਵੱਡਾ ਕੰਮ। ਬਿਲਕੁਲ, ਇਹ ਸਾਰੀਆਂ ਆਪਣੀ ਹੱਡੀਆਂ ਨੂੰ ਕਮਜ਼ੋਰ ਕਰ ਰਹੇ ਹੈਗੇ ਆ। ਸੋ ਉਹਦੇ ਨਾਲ ਆਪਣੀ ਬਿਮਾਰੀਆਂ ਫੈਲ ਰਹੀਆਂ ਹੈਗੀਆਂ, ਉਸੇ ਨਾਲ ਆਪਣੀ ਡਿਸਕ ਦੀ ਪ੍ਰੋਬਲਮ ਵੀ ਜੁੜੀ ਹੋਈ ਹੈਗੀ ਹੈ। ਆਰਓ ਵਾਟਰ ਨੂੰ ਤੁਸੀਂ ਕਿੰਨਾ ਕੁ ਕਸੂਰਵਾਰ ਮੰਨਦੇ ਹੋ? ਕਿਉਂਕਿ ਆਰਓ ਵਾਟਰ ਜਿਹੜਾ ਉਹ ਘਰ ਦੇ ਵਿੱਚ ਆਰਓ ਲੱਗਿਆ ਹੋਇਆ, ਇਹ ਕਿਹਾ ਜਾਂਦਾ ਹੈ ਕਿ ਜਿਹੜਾ ਤੁਸੀਂ ਇਹ TDS ਜਿਹੜਾ ਟੋਟਲ ਡਿਜ਼ੋਲਵਿੰਗ ਸਾਲਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੋ ਗਏ ਨੇ ਧਰਤੀ ਹੇਠਲੇ, ਕੀ ਉਹ ਇੰਨਾ ਨੁਕਸਾਨ ਕਰ ਜਾਂਦੇ ਜਿੰਨਾ ਕਿ ਆਰਓ ਵਾਟਰ ਹੁਣ ਕਰ ਰਿਹਾ?
ਆਰਓ ਵਾਟਰ ਵਾਲੇ ਕਮੈਂਟ ਕਰਨਾ ਬਹੁਤ ਮੁਸ਼ਕਿਲ ਹੈ ਮੇਰੇ ਵਾਸਤੇ ਵੈਸੇ ਤਾਂ, ਪਰ ਡੈਫੀਨੇਟਲੀ ਇਹ ਵੀ ਦੇਖੋ, ਅਸੀਂ ਪਹਿਲੇ ਬਜ਼ੁਰਗਾਂ ਨੂੰ ਦੇਖੀਏ, ਉਹ ਤਾਂ ਨਾਰਮਲ ਪਾਣੀ ਵੀ ਪੀ ਲੈਂਦੇ ਸੀਗੇ। ਆਪਾਂ ਆਪਣੇ ਸਿਸਟਮ ਨੇ, ਉਹਨਾਂ ਦੀ ਇਮਿਊਨਿਟੀ ਨੂੰ ਇੰਨਾ ਡਿਕਰੀਜ਼ ਕਰਤਾ ਹੈਗਾ। ਜੇ ਬੱਚੇ ਹੈਗੇ ਉਹ ਤਾਂ ਮੈਨੂੰ ਲੱਗਦਾ ਅੱਧੀ ਜ਼ਿੰਦਗੀ ਤਾਂ ਉਹਨੇ ਖੰਘਦੇ ਨਿਕਲ ਜਾਂਦੀ ਹੈਗੀ, ਕਿਉਂਕਿ ਉਹਨਾਂ 'ਚ ਇਮਿਊਨਿਟੀ ਨਹੀਂ ਹੈਗੀ, ਨਾ ਉਹ ਕੁਝ ਖਾਂਦੇ ਹੈਗੇ ਚੱਜ ਦਾ, ਭੁੱਖ ਕਿਸੇ ਨੂੰ ਲੱਗਦੀ ਨਹੀਂ ਹੈਗੀ ਹੈ, ਖੇਡਦੇ ਉਹ ਬਾਹਰ ਹੈ ਨਹੀਂ ਹੈ। ਸੋ ਸਾਰੇ ਅਲਟੀਮੇਟਲੀ ਇਮਿਊਨਿਟੀ ਨੂੰ ਅਫੈਕਟ ਕਰ ਰਹੇ ਹੈਗੇ। ਜਦ ਤੱਕ ਉਹ ਬਾਡੀ 'ਚ ਰੈਜ਼ਿਸਟੈਂਸ ਨਹੀਂ ਹੈ ਤਾਂ ਕਿਵੇਂ ਆਪਾਂ ਡਿਜ਼ੀਜ਼ ਤੋਂ ਹੈਲਪ ਕਰ ਸਕਦੇ, ਮਤਲਬ ਉਹਨਾਂ ਤੋਂ ਰਿਕਵਰ ਕਰ ਸਕਦੇ ਹੈਗੇ। ਆਰਓ ਵਾਟਰ ਵੀ ਇੱਕ ਫੈਕਟਰ ਮੇਰੇ ਤੁਹਾਡੇ ਕਹਿਣ 'ਤੇ ਬਲਕਿ ਸੋਚ 'ਚ ਆਇਆ ਹੈਗਾ ਕਿ ਇਹ ਵੀ ਇੱਕ ਫੈਕਟਰ ਜ਼ਰੂਰ ਹੈਗਾ ਡੈਫੀਨੇਟਲੀ। ਅੱਛਾ, ਇੱਕ ਚੀਜ਼ ਦੱਸੋ ਕਿ ਜਿਹੜੇ ਬਾਡੀ ਦੇ ਅੰਦਰ ਜਿਸ ਤਰ੍ਹਾਂ ਦੇ ਚੇਂਜਸ ਆਉਂਦੇ ਹੈਗੇ ਨੇ ਸਮੇਂ, ਇੱਕ ਹੁੰਦੇ ਵੀ ਇੱਕ ਸਟੇਜਸ ਹੁੰਦੀਆਂ ਨੇ ਬਾਡੀ ਦੀਆਂ, ਮਤਲਬ ਜੇ ਯੰਗ ਏਜ ਹੈ, ਮਤਲਬ ਚਾਈਲਡ ਏਜ ਦੇ ਵਿੱਚ ਲਾ ਕੇ ਉਸ ਤੋਂ ਬਾਅਦ 20 ਇਅਰਸ 30 ਇਅਰਸ 40 ਇਅਰਸ 50 ਇਅਰਸ 60 ਇਅਰਸ, ਆਪਾਂ ਜੇ ਮੈਡੀਕਲ ਭਾਸ਼ਾ ਦੇ ਵਿੱਚ ਇਸ ਨੂੰ ਗੱਲ ਕਰੀਏ ਤਾਂ ਇਹਦੇ ਵਿੱਚ ਕਿਹੜੀ ਜਿਹੜੀ ਸਟੇਜ ਦੇ ਉੱਤੇ ਜਾ ਕੇ ਜਿਹੜੇ ਆ ਉਹ ਜ਼ਿਆਦਾ ਸਾਵਧਾਨੀਆਂ ਦੀ ਲੋੜ ਹੁੰਦੀ ਆ ਵੀ ਇਸ ਏਜ ਦੇ ਵਿੱਚ ਆਹ ਚੀਜ਼ਾਂ ਦੀ ਸਾਵਧਾਨੀ ਆਪਾਂ ਨੂੰ ਲੈਣੀ ਚਾਹੀਦੀ ਆ ਤਾਂ ਕਿ ਆਪਣੀਆਂ ਹੱਡੀਆਂ ਦੇ ਉੱਤੇ ਜਿਹੜਾ ਉਹਦਾ ਜ਼ਿਆਦਾ ਅਸਰ ਨਾ ਹੋਵੇ। ਦੇਖੋ ਹਰ ਉਮਰ ਦਾ ਆਪਣਾ ਆਪਣਾ ਸਿਸਟਮ ਹੈਗਾ। ਦੇਖੋ ਜਿਵੇਂ ਕਿਹਾ ਮੈਂ ਕਿ ਹੱਡੀਆਂ ਨੇ ਤਾਂ ਕਮਜ਼ੋਰ ਹੋਣਾ ਹੀ ਹੋਣਾ, ਉਹਨਾਂ ਵਿੱਚ ਚੇਂਜਸ ਆਉਣੇ ਹੀ ਆਉਣੇ, ਉਹ ਤਾਂ ਨੈਚੁਰਲ ਹੈ। ਏਜਿੰਗ ਜਿਹੜੀ ਹੈਗੀ ਹੈ ਉਹ ਇੱਕ ਪ੍ਰੋਸੈਸ ਹੈ, ਉਹ ਕੋਈ ਡਿਜ਼ੀਜ਼ ਨਹੀਂ ਹੈਗੀ ਹੈ, ਉਹ ਨੈਚੁਰਲ ਪ੍ਰੋਸੈਸ ਹੈ। ਅਤੇ ਹਰ ਔਰਗਨ ਨੇ ਉਸ ਏਜ ਦੇ ਨਾਲ ਅਸਰ ਹੋਣਾ ਹੀ ਹੋਣਾ ਹੈ, ਚਾਹੇ ਉਹ ਲਿਵਰ ਹੋ, ਚਾਹੇ ਹਾਰਟ ਹੋ, ਜਾਂ ਕੁਛ ਹੋ। ਇਸੇ ਤਰ੍ਹਾਂ ਆਪਣੀ ਹੱਡੀਆਂ ਹੈ। ਜ਼ਰੂਰ ਇਹ ਫ਼ਰਕ ਜ਼ਰੂਰ ਹੈ ਕਿ ਜੇ ਆਪਾਂ ਬਚਪਨ ਤੋਂ ਜਾਂ ਫਿਰ ਆਪਣੀ ਯੰਗ ਏਜ ਦੇ ਵਿੱਚ ਆਪਣੀ ਹੱਡੀਆਂ ਨੂੰ ਤੰਦਰੁਸਤ ਰੱਖਣ ਵਾਸਤੇ ਪ੍ਰੋਪਰਲੀ ਉਸ ਚੀਜ਼ ਨੂੰ ਵਰਤੋਂ ਕਰੀ ਜਾਵੇ, ਪ੍ਰੋਪਰ ਐਕਸਰਸਾਈਜ਼ ਦੇ, ਪ੍ਰੋਪਰ ਡਾਈਟ ਹੋਵੇ, ਮੋਟਾਪੇ ਤੋਂ ਕੰਟਰੋਲ ਹੋਵੇ, ਉਹਦੇ ਉੱਪਰ ਜ਼ਿਆਦਾ ਵਜ਼ਨ ਨਾ ਪਏ, ਤਾਂ ਅੱਗੇ ਜਾ ਕੇ ਉਹੀ ਚੀਜ਼ਾਂ ਆਪਾਂ ਨੂੰ ਮਦਦ ਦੇਣਗੀਆਂ। ਉਹੀ ਚੀਜ਼ਾਂ ਜਿਹੜੀਆਂ ਹੈਗੀ ਆਪਣੀ ਚੇਂਜ, ਮਤਲਬ ਏਜਿੰਗ ਨੂੰ, ਆਪਣੇ ਜਿਹੜੇ ਹੱਡੀਆਂ ਦੇ ਵਿੱਚ ਤਬਦੀਲੀਆਂ ਆਉਣੀਆਂ ਉਹਨਾਂ ਨੂੰ ਡਿਲੇ ਕਰਨਗੀਆਂ। ਠੀਕ ਹੈ, ਜਿੰਨੀਆਂ ਡਿਲੇ ਹੁੰਦੀ ਰਹਿਣਗੀਆਂ ਉਨਾ ਹੀ ਆਪਾਂ ਨੂੰ ਫਾਇਦਾ ਮਿਲੇਗਾ। ਯੋਗਾ ਹੋਇਆ, ਇਸ ਤਰ੍ਹਾਂ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਪੋਜ਼ੀਟਿਵ ਥਿੰਕਿੰਗ ਹੈਗੀ ਆ, ਮਾਈਂਡ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਆਪਣੀ ਬਾਡੀ ਦੇ ਵਾਸਤੇ। ਉਹ ਸਾਰੀਆਂ ਪੋਜ਼ੀਟਿਵਿਟੀਜ਼ ਚੀਜ਼ਾਂ ਹੈਗੀਆਂ, ਉਹ ਸਾਰਾ ਅਲਟੀਮੇਟਲੀ ਤਾਂ ਆਪਣੇ 올ਡ ਏਜ ਦੇ ਵਿੱਚ ਮਦਦ ਦੇਣਗੀਆਂ ਹੀ ਦੇਣਗੀਆਂ। ਸਟੱਡੀ ਇਹੀ ਕਹਿੰਦੀ ਹੈਗੀ ਕਿ ਜਿਹੜਾ ਬੰਦਾ ਆਪਣੇ ਯੰਗ ਏਜ ਦੇ ਵਿੱਚ ਐਕਟਿਵ ਲਾਈਫ ਬਤਾਈ, ਜਿਹਨੇ ਕੀਤੀ, ਯੋਗਾ ਕੀਤਾ ਹੈਗਾ, ਐਕਸਰਸਾਈਜ਼ਸ ਕੀਤੀਆਂ, ਉਹਨਾਂ ਦੀ 올ਡ ਏਜ ਦੇ ਵਿੱਚ ਉਨੀਆਂ ਹੀ ਬਿਮਾਰੀਆਂ ਇਨਕਲੂਡਿੰਗ ਸਪਾਈਨ ਦੀ ਪ੍ਰੋਬਲਮਸ ਘੱਟ ਹੈਗੀਆਂ। ਡਾਕਟਰ ਸਾਹਿਬ, ਅਕਸਰ ਆਪਾਂ ਜਦੋਂ ਕੋਈ ਆਰਥੋ ਦੇ ਕਿਸੇ ਵੀ ਡਾਕਟਰ ਕੋਲ ਜਾਂਦੇ ਹਾਂ ਜਾਂ ਸਪਾਈਨ ਵਾਲੇ ਕੋਈ ਹੱਡੀਆਂ ਨਾਲ ਰਿਲੇਟਡ ਕਿਸੇ ਵੀ ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਇਹ ਕਹਿੰਦੇ ਨੇ ਵੀ ਤੁਹਾਡੇ ਅੰਦਰ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੈਗੀ, ਤੁਹਾਡੇ ਅੰਦਰ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਹੈਗੀ, ਤੁਹਾਡੇ ਅੰਦਰ ਥੋੜ੍ਹੀ ਜਿਹੀ ਇੱਕ ਦੋ ਚੀਜ਼ਾਂ ਉਹ ਦੱਸ ਦਿੰਦੇ ਨੇ। ਬਟ ਕੋਈ ਵੀ ਇਹ ਦੱਸਦਾ ਨਹੀਂ ਹੈਗਾ ਕਿ ਮੈਗਨੀਸ਼ੀਅਮ ਦੀ ਵੀ ਡੈਫੀਸ਼ੀਐਂਸੀ ਆਪਣੀ ਬਾਡੀ ਦੇ ਅੰਦਰ ਹੈ, ਕਿਉਂਕਿ ਮੈਗਨੀਸ਼ੀਅਮ ਪਲੱਸ ਕੈਲਸ਼ੀਅਮ ਮਿਲ ਕੇ ਹੀ ਜਿਹੜਾ ਉਹ ਹੱਡੀ ਬਣਦੀ ਹੈ, ਅਤੇ ਹੱਡੀ ਦੇ ਵਿੱਚ ਜਿਹੜੇ ਰੋਗ ਹੁੰਦੇ ਨੇ ਉਹ ਵੀ ਉਹਦੇ ਮੈਗਨੀਸ਼ੀਅਮ ਦਾ ਬੜਾ ਵੱਡਾ ਰੋਲ ਹੁੰਦਾ। ਅਤੇ ਮੈਗਨੀਸ਼ੀਅਮ ਦੇ ਬਾਰੇ ਕੋਈ ਵੀ ਨਹੀਂ ਦੱਸਦਾ, ਅਤੇ ਮੈਗਨੀਸ਼ੀਅਮ ਜਿਹੜਾ ਆਪਾਂ ਨੂੰ ਫੂਡ ਦੇ ਵਿੱਚੋਂ ਵੀ ਬਹੁਤ ਘੱਟ ਜਿਹੜੇ ਫੂਡ ਨੇ ਜਿਨ੍ਹਾਂ ਦੇ ਵਿੱਚ ਮਿਲਦਾ ਹੈਗਾ। ਅਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ, ਕਿੱਦਾਂ ਸਾਡੇ ਦਰਸ਼ਕਾਂ ਨੂੰ ਕਹੋਗੇ ਵੀ ਕਿਹੜੀਆਂ ਚੀਜ਼ਾਂ 'ਚੋਂ ਸਾਨੂੰ ਫੂਡ ਮੈਗਨੀਸ਼ੀਅਮ ਦੇ ਥੋੜ੍ਹਾ ਜਿਹਾ ਡਿਟੇਲ ਦਿਓ। ਦੇਖੋ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੋਨੋਂ ਇੱਕ ਮਤਲਬ ਭੈਣ ਭਰਾ ਹੈਗੇ, ਹਾਂ, ਇੱਕ ਦੂਜੇ ਦੇ ਰਿਸ਼ਤੇਦਾਰ ਹੈਗੇ ਹੈ, ਠੀਕ ਹੈ ਨਾ। ਸੋ ਉਹਨਾਂ ਦਾ ਇਹ ਇੱਕ ਤਰ੍ਹਾਂ ਨਾਲ ਕਰੋ ਕੰਪਨੀਆਂ ਦੀ ਕਹਿਣ ਹੈਗੀ ਕਿ ਕੈਲਸ਼ੀਅਮ ਕਰਦੇ ਰਹੇ ਹੈਗੇ, ਮੈਗਨੀਸ਼ੀਅਮ ਨੂੰ ਸਾਰੇ ਭੁੱਲ ਗਏ। ਸੋ ਮੈਗਨੀਸ਼ੀਅਮ ਕਿਉਂ ਪ੍ਰੋਪਰ ਆਪਾਂ ਕਹਿੰਦੇ ਸੀਗੇ, ਪੁਰਾਣੇ ਬਜ਼ੁਰਗ ਜਿਹੜੇ ਸੀਗੇ ਉਹ ਹਰੀਆਂ ਸਬਜ਼ੀਆਂ ਖਾਓ, ਦੁੱਧ ਖਾਓ, ਮੱਖਣ ਖਾਓ, ਇਹ ਸਾਰੀਆਂ ਚੀਜ਼ਾਂ ਬੜੀਆਂ ਇੰਪੋਰਟੈਂਟ ਹੈਗੀ ਮੈਗਨੀਸ਼ੀਅਮ ਵਾਸਤੇ ਵੀ, ਕੈਲਸ਼ੀਅਮ ਵਾਸਤੇ ਵੀ। ਸੋ ਦੋਨਾਂ ਨੂੰ ਆਪਾਂ ਸਿਰਫ ਕੈਲਸ਼ੀਅਮ ਦੇ ਸਪਲੀਮੈਂਟ ਲੈ ਕੇ ਆਪਣੇ ਸਰੀਰ ਨੂੰ ਤੰਦਰੁਸਤ ਨਹੀਂ ਕਰ ਸਕਦੇ ਹੈ। ਆਪਣੇ ਵਾਸਤੇ ਇਹ ਸਾਰੀਆਂ ਗੁੱਡ ਮਤਲਬ ਬੈਲੈਂਸਡ ਡਾਈਟ ਬੜੀ ਇੰਪੋਰਟੈਂਟ ਹੈਗੀ ਹੈ। ਜਿਹੜੇ ਪੁਰਾਣੇ ਬਜ਼ੁਰਗਾਂ ਦੀ ਡਾਈਟ ਸੀਗੀ, ਪ੍ਰੋਪਰ ਦਾਲ ਖਾਣਾ, ਪ੍ਰੋਟੀਨ ਮਿਲੇਗਾ, ਮੱਖਣ ਖਾਣਾ, ਦੁੱਧ ਵੀ ਜਾਣਾ, ਉਸਨੇ ਫੈਟ ਵੀ ਚਾਹੀਦੇ ਨੇ, ਫੈਟ ਵੀ ਆਪਣੇ ਵਾਸਤੇ ਇੰਪੋਰਟੈਂਟ ਹੈ। ਇਹ ਨਹੀਂ ਹੈਗਾ ਕਿ ਫੈਟ ਦੇ ਬਗੈਰ ਆਪਣੇ ਸਾਰਾ ਲੁਬਰੀਕੇਸ਼ਨ ਹੈ, ਸਾਰੇ ਸਿਸਟਮ ਜਿਹੜੇ ਹੈਗੇ ਉਹ ਫੈਟ ਦੇ ਉੱਪਰ ਡਿਪੈਂਡੈਂਟ ਹੈਗੇ। ਅੱਜ ਕੱਲ੍ਹ ਕੀ ਇਹ ਸਾਰੇ ਪਤਲੇ ਹੋਣ ਦੇ ਚੱਕਰ ਫੈਟ ਨੂੰ ਅਵੋਇਡ ਕਰ ਦਿਓ, ਬਟ ਉਹ ਵੀ ਕਮੀ ਕਰ ਰਿਹਾ ਹੈਗਾ। ਸੋ ਇਹ ਸਾਰਾ ਕੁਝ ਹੀ ਇੰਪੋਰਟੈਂਟ ਹੈ। ਮੈਗਨੀਸ਼ੀਅਮ ਵੀ ਇਹਨੇ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਚੀਜ਼ਾਂ ਤੇ ਅਵੇਲੇਬਲ ਹੈਗਾ, ਈਵਨ ਆਪਣੇ ਡੇਅਰੀ ਪ੍ਰੋਡਕਟਸ ਦੇ ਵਿੱਚ ਮੈਗਨੀਸ਼ੀਅਮ ਹੈਗਾ, ਬਟ ਉਹ ਪ੍ਰੋਪਰ ਤਰੀਕੇ ਨਾਲ ਖਾਇਆ ਜਾਣਾ ਚਾਹੀਦਾ ਹੈਗਾ। ਡਾਕਟਰ ਸਾਹਿਬ, ਇੱਕ ਜਿਹੜਾ ਕੈਲਸ਼ੀਅਮ, ਜਿਹੜਾ ਡਾਕਟਰਸ ਅਕਸਰ ਜਿਹੜੇ ਉਹ ਕੈਲਸ਼ੀਅਮ ਲਿਖ ਕੇ ਦੇ ਦਿੰਦੇ ਨੇ, ਪਰ ਜਿਹੜਾ ਆਪਾਂ ਨੂੰ ਟੈਬਲੇਟਸ ਜਾਂ ਕੈਪਸੂਲਸ ਦੀ ਸ਼ਕਲ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਕੈਲਸ਼ੀਅਮ ਮਿਲਦਾ ਹੈਗਾ, ਉਹਨੂੰ ਕੋਈ ਅਕਲ ਨਹੀਂ ਵੀ ਉੱਥੇ ਕਿੱਥੇ ਜਾ ਕੇ ਬਾਡੀ ਦੇ ਵਿੱਚ ਉਹਨੇ ਜੰਮ ਜਾਣਾ ਹੈਗਾ। ਉਹਨੇ ਹੀ ਅੱਗੋਂ ਜਾ ਕੇ ਪੱਥਰੀਆਂ ਬਣਾ ਦੇਣੀਆਂ ਨੇ, ਉਹਨੇ ਹੀ ਅੱਗੋਂ ਜਾ ਕੇ ਹੋਰ ਪ੍ਰੋਬਲਮ ਕ੍ਰੀਏਟ ਕਰ ਦੇਣੀਆਂ ਹੈਗੀਆਂ ਨੇ। ਅਤੇ ਫਿਰ ਕੈਲਸ਼ੀਅਮ ਫਿਰ ਵੀ ਦਿੱਤਾ ਜਾ ਰਿਹਾ, ਉਹਦੇ ਇਹਦੇ ਸਾਈਡ ਇਫੈਕਟ ਜਿਹੜੇ ਨੇ ਉਹ ਨਹੀਂ ਦੇਖੇ ਜਾ ਰਹੇ ਵੀ ਕੈਲਸ਼ੀਅਮ ਤੋਂ ਕਿੱਦਾਂ ਬਚਾ। ਉਹਦੇ ਨਾਲ ਜਿਹੜਾ ਇੱਕ ਅਕਸਰ ਇਹ ਕਿਹਾ ਜਾਂਦਾ ਵੀ ਕੈਲਸ਼ੀਅਮ ਪਲੱਸ ਮੈਗਨੀਸ਼ੀਅਮ ਜਿਹੜਾ ਉਹ ਹੋਣਾ ਚਾਹੀਦਾ, ਪਰ ਉਹ ਕੈਲਸ਼ੀਅਮ ਪਲੱਸ ਮੈਗਨੀਸ਼ੀਅਮ ਨਹੀਂ ਦਿੱਤਾ ਜਾ ਰਿਹਾ, ਕੈਲਸ਼ੀਅਮ ਹੀ ਦਿੱਤਾ ਜਾ ਰਿਹਾ, ਅਤੇ ਉਹ ਬੇਅਕਲਾ ਕੈਲਸ਼ੀਅਮ ਕਿਤੇ ਹੋਰ ਜਾ ਕੇ ਜੰਮ ਜਾਂਦਾ ਅਤੇ ਅੰਦਰ ਪੱਥਰੀਆਂ ਦਾ ਕਾਰਨ ਬਣਦਾ। ਕੀ ਕਹੋਗੇ? ਦੇਖੋ ਇਹ ਤਾਂ ਬੇਸਿਕਲੀ ਫਾਰਮਾਸਿਊਟੀਕਲ ਜਿਹੜੇ ਹੈਗੇ ਇੰਡਸਟਰੀ ਨੂੰ ਬਹੁਤ ਸੋਚਣ ਦੀ ਜ਼ਰੂਰਤ ਹੈਗੀ ਹੈ। ਜਿਵੇਂ ਪਹਿਲਾਂ ਡਾਈਟ ਤਾਂ ਬਹੁਤ ਇੰਪੋਰਟੈਂਟ ਹੈ ਹੀ ਹੈ, ਜੇ ਕਮੀ ਹੈਗੀ ਆ ਆਪਾਂ ਨੂੰ
ਬਹੁਤ ਕੁਝ ਫਾਰਮਾ ਡਰਿਵਨ ਵੀ ਹੈਗਾ, ਮੈਨੂੰ ਐਵੇਂ ਲੱਗਦਾ ਹੈਗਾ। ਸੋ ਕੈਲਸ਼ੀਅਮ 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 ਵੈਰੀ ਰਾਈਟ ਕਿ ਉਹਦੇ ਨਾਲ ਸਟੋਨਸ ਹੋਣ ਦੇ ਖਤਰੇ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ। ਆਪਾਂ ਜੇ ਪ੍ਰੋਪਰਲੀ ਨਾ, ਮੈਂ ਤਾਂ ਕਹਾਂ ਕਿ ਸਪਲੀਮੈਂਟ ਦੀ ਕੋਈ ਲੋੜ ਹੈ ਹੀ ਨਹੀਂ। ਆਈਡੀਅਲੀ ਸਪੀਕਿੰਗ ਕੋਈ ਬਿਮਾਰੀ ਹੈ ਉਹਦਾ ਇਲਾਜ ਜਿਹੜਾ ਹੈਗਾ ਉਹ ਉਹਦੀ ਦਵਾਈ ਹੈਗੀ ਹੈ। ਸਪਲੀਮੈਂਟਸ ਜਿਹੜੇ ਹੈਗੇ ਉਹ ਕਿਸੇ ਕੰਮ ਦੇ ਨਹੀਂ ਹੈ। ਜੇ ਆਪਣੀ ਡਾਈਟ ਪ੍ਰੋਪਰ ਹੈਗੀ ਹੈ, ਪੂਰੀ ਨਿਊਟ੍ਰੀਸ਼ੀਅਸ ਤੇ ਬੈਲੈਂਸ ਡਾਈਟ ਹੈ, ਤੇ ਫਿਰ ਆਪਾਂ ਨੂੰ ਕੁਛ ਚੀਜ਼ ਦੀ ਲੋੜ ਹੀ ਨਹੀਂ ਹੈਗੀ, ਕਿਉਂ ਆਪਾਂ ਨੇ ਦਵਾਈਆਂ ਖਾਣੀਆਂ। ਸੋ ਮੈਂ ਇਹੋ ਹੀ ਕਹਾਂਗਾ ਕੈਲਸ਼ੀਅਮ ਸਪਲੀਮੈਂਟੇਸ਼ਨ ਦੀ ਕੋਈ ਲੋੜ ਨਹੀਂ ਹੈ, ਇਵਨ ਵਿਟਾਮਿਨ ਡੀ ਸਪਲੀਮੈਂਟੇਸ਼ਨ ਦੀ ਲੋੜ ਨਹੀਂ ਹੈ। ਆਪਾਂ ਨੂੰ ਆਪਣੇ ਲਾਈਫ ਸਟਾਈਲ ਨੂੰ ਮੋਡੀਫਾਈ ਕਰਨ ਦੀ ਜ਼ਿਆਦਾ ਲੋੜ ਹੈਗੀ ਹੈ। ਇੱਕ ਨਿਯਮਿਤ ਆਪਾਂ ਨੂੰ ਹੋਣਾ ਚਾਹੀਦਾ ਕਿ ਟਾਈਮਲੀ ਉੱਠੀਏ, ਸਵੇਰੇ ਸੈਰ 'ਤੇ ਜਾਈਏ, ਧੁੱਪ ਲਈਏ ਥੋੜ੍ਹਾ। ਇਹ ਸਾਰੀਆਂ ਸਵੇਰ ਦੀ ਜਿਹੜੀ ਧੁੱਪ ਹੈਗੀ ਉਹ ਹਮੇਸ਼ਾ ਆਪਾਂ ਸਾਡੇ ਬਜ਼ੁਰਗ ਤਾਂ ਇਹੋ ਹੀ ਕਹਿੰਦੇ ਸੀਗੇ ਕਿ ਵਿਟਾਮਿਨ ਡੀ ਬਹੁਤ ਉੱਥੋਂ ਹੀ ਮਿਲਦੀ ਹੈਗੀ ਹੈ, ਠੀਕ ਹੈ ਨਾ। ਕਨਸੈਪਟ ਹੀ ਹੈਗਾ, ਉਹ ਸਾਰਾ ਖਤਮ ਹੋ ਗਿਆ ਕਿਉਂਕਿ ਰਾਤੀ ਲੇਟ ਸੋਣਾ ਤੇ ਸਵੇਰੇ ਆਰਾਮ ਨਾਲ ਉੱਠਣਾ। ਸੋ ਮੈਂ ਮੁਤਾਬਿਕ ਕੈਲਸ਼ੀਅਮ ਮੈਗਨੀਸ਼ੀਅਮ ਕੁਛ ਨਹੀਂ, ਬੈਲੈਂਸਡ ਡਾਈਟ ਇੰਪੋਰਟੈਂਟ ਹੈਗੀ ਹੈ। ਜਿਹੜਾ ਕੈਲਸ਼ੀਅਮ ਹੈ ਉਹ ਆਪਾਂ ਮੰਨ ਲਓ ਵੀ ਕੈਲਸ਼ੀਅਮ ਆਪਾਂ ਲੈ ਲਿਆ, ਪਰ ਤੁਸੀਂ ਕਹਿ ਰਹੇ ਹੋ ਵੀ ਕੈਲਸ਼ੀਅਮ ਆਪਾਂ, ਮੈਂ ਵੀ ਇਹ ਗੱਲ ਛੇੜੀ ਹੈ ਤੇ ਤੁਸੀਂ ਵੀ ਇਹ ਗੱਲ ਨੂੰ ਐਗਰੀ ਹੋਏ ਹੋ, ਪਰ ਇਹਦੇ ਬਾਵਜੂਦ ਵੀ ਬੰਦੇ ਦੀ ਹੱਡੀ ਟੁੱਟ ਗਈ ਮੰਨ ਲਓ, ਤੇ ਉਹਨੂੰ ਕੈਲਸ਼ੀਅਮ ਦਿੱਤਾ ਜਾਂਦਾ ਵੀ ਤੇਰੀ ਹੱਡੀ ਜਿਹੜੀ ਉਹ ਜੁੜੂਗੀ ਤਾਂ ਜੇ ਕੈਲਸ਼ੀਅਮ ਤੁਹਾਨੂੰ ਦਿੱਤਾ ਜਾਏਗਾ। ਪਰ ਨਾਲ ਨਾਲ ਇਹ ਵੀ ਦਿਮਾਗ ਦੇ ਵਿੱਚ ਬੰਦੇ ਦੇ ਆਉਂਦਾ ਵੀ ਕੈਲਸ਼ੀਅਮ ਤਾਂ ਖਰਾਬ ਕਰੂਗਾ, ਅੱਗੇ ਜਾ ਕੇ ਪੱਥਰ ਵੀ ਬਣ ਸਕਦੀ ਹੈ। ਫਿਰ ਉਹ ਕਿਹੜੀ ਚੀਜ਼ 'ਚੋਂ ਕੈਲਸ਼ੀਅਮ ਲਵੇ? ਨਹੀਂ, ਐਵੇਂ ਨਹੀਂ ਹੈ। ਦੇਖੋ ਹਰ ਇੱਕ ਬੰਦੇ ਤੇ ਇਹ ਨਹੀਂ ਕਿ ਕੈਲਸ਼ੀਅਮ ਖਾਣ ਦੇ ਨਾਲ ਪੱਥਰੀ ਬਣ ਜਾਏਗੀ, ਇਹ ਤਾਂ ਟੈਂਡੈਂਸੀ ਹੈਗੀ। ਇਹ ਨਾਰਮਲ ਕੈਮੀਕਲ ਬੇਸ ਹੈ, ਇਹ ਕੈਮੀਕਲ ਬੇਸ ਹੈ, ਇਹ ਤੁਸੀਂ ਐਗਰੀ? ਨਹੀਂ, ਇਹ ਠੀਕ ਹੈ, ਕੈਮੀਕਲ ਬੇਸਡ ਵੀ ਹੈਗੀ ਹੈ, ਪਰ ਕਈ ਵਾਰੀ ਕੋਈ ਜ਼ਰੂਰਤ ਹੈਗੀ, ਲੋੜ ਦੇ ਮੁਤਾਬਿਕ ਹੁੰਦੀ ਹੈਗੀ। ਦੇਖੋ ਕੋਈ ਬੰਦੇ ਦੇ ਪ੍ਰੋਟੀਨ ਡੈਫੀਸ਼ੀਐਂਸੀ ਹੈ ਤਾਂ ਉਹਨੂੰ ਅਲਟੀਮੇਟਲੀ ਫੂਡ ਇੰਨੀ ਜ਼ਿਆਦਾ ਨਹੀਂ ਦੇ ਪਾ ਰਿਹਾ ਹੈ, ਉਸ ਚੀਜ਼ ਦੀ ਕਮੀ ਨੂੰ ਪੂਰੇ ਤੋਂ ਆਪਾਂ ਪ੍ਰੋਟੀਨ ਦੇ ਸਪਲੀਮੈਂਟ ਦਿੰਦੇ ਹੈਗੇ। ਜਿਵੇਂ ਸਾਡੇ ਕੋਲ ਬੀਇੰਗ ਨਿਊਰੋ ਸਰਜਨ ਬਹੁਤ ਸਾਰੇ ਇਸ ਤਰ੍ਹਾਂ ਹੈਡ ਇੰਜਰੀ ਦੇ ਪੇਸ਼ੈਂਟ ਆਉਂਦੇ ਹੈ ਜਿਨ੍ਹਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ, ਉਹ ਰਾਈਲਸ ਟਿਊਬ ਦੀ ਫੀਡਿੰਗ ਯਾਨੀ ਨੱਕ ਦੇ ਰਾਹੀਂ ਆਪਾਂ ਉਹਨਾਂ ਨੂੰ ਖੁਰਾਕ ਦਿੰਦੇ, ਉਹਨਾਂ ਨੂੰ ਬਹੁਤ ਸਾਰੀ ਚੀਜ਼ਾਂ ਦੀ ਕਮੀਆਂ ਹੋ ਜਾਂਦੀ ਹੈ ਜਿਹੜਾ ਕਿ ਚਬਾ ਕੇ ਖਾਣ ਦੇ ਨਾਲ ਨਹੀਂ ਹੋ ਸਕਦੀ ਹੈ, ਠੀਕ ਹੈ ਨਾ। ਉਹਦੇ ਵਿੱਚ ਲਿਕੁਇਡ ਡਾਈਟ ਜਾਣੀ ਹੈਗੀ ਹੈ। ਸੋ ਆਪਾਂ ਨੂੰ ਕਈ ਵਾਰੀ ਉਸ ਦੇ ਵਾਸਤੇ ਸਪਲੀਮੈਂਟ ਦੇਣੇ ਪੈਂਦੇ ਹੈਗੇ, ਚਾਹੇ ਉਹ ਆਰਟੀਫਿਸ਼ੀਅਲ ਸਪਲੀਮੈਂਟਸ ਹੀ ਹੋਣ, ਕਿਉਂਕਿ ਨੱਕ ਦੇ ਰਾਹੀਂ ਆਪਾਂ ਸਾਰਾ ਕੁਝ ਨਹੀਂ ਦੇ ਸਕਦੇ ਹੈਗੇ ਹੈ। ਸੋ ਇਸੇ ਤਰ੍ਹਾਂ ਕਈ ਵਾਰੀ ਕੁਝ ਚੀਜ਼ਾਂ ਆਪਾਂ ਨੂੰ ਸਿਚੁਏਸ਼ਨ ਦੇ ਅਕੋਰਡਿੰਗਲੀ ਮੋਡੀਫਾਈ ਵੀ ਕਰਨੀ ਪੈਂਦੀ ਹੈਗੀ ਹੈ। ਇਹ ਤਾਂ ਹੈ ਨਹੀਂ ਕਿ ਆਪਾਂ ਕੈਲਸ਼ੀਅਮ ਸਪਲੀਮੈਂਟ ਦੁੱਧ ਪਿਲਾਈ ਜਾਓ ਹੈ ਨਾ, ਉਹਨਾਂ ਕੋਈ ਥੋੜ੍ਹਾ ਜਿਹਾ ਇੱਕ ਛੋਟੀ ਜਿਹੀ, ਚਲੋ ਉਹ ਦੁੱਧ ਕਿਹੜਾ ਕੋਈ ਸਾਫ ਸੁਥਰਾ ਹੈਗਾ, ਉਹ ਵੀ ਅਡਲਟਰੇਟਡ ਹੀ ਅੱਧਾ ਤੋਂ ਜ਼ਿਆਦਾ ਹੈਗਾ। ਸੋ ਉਹ ਜੇ ਛੋਟੀ ਜਿਹੀ ਗੋਲੀ ਦੇ ਨਾਲ ਜੇ ਮੰਨਿਆ ਕੈਮੀਕਲ ਦੇ ਨਾਲ ਹੈਗਾ ਉਹਦੇ ਵਿੱਚ, ਪਰ ਕੁਝ ਜੇ ਚੰਗੇ ਕੰਪਨੀ ਦੇ ਪ੍ਰੋਪਰ ਤਰੀਕੇ ਦੇ ਨਾਲ ਬਣੇ ਹੋਏ ਜਿਹੜੇ ਅਨਅਡਲਟਰੇਟਡ ਆਪਾਂ ਜੇ ਪ੍ਰੋਡਕਟ ਲੈਣੇ ਤੇ ਉਹਦੀ ਲੋੜ ਹੈਗੀ ਤਾਂ ਦੇਣੇ ਵੀ ਪੈਂਦੇ ਹੈ। ਅੱਛਾ, ਤੁਸੀਂ ਸਰਜਨ ਹੋ, ਜਾਂਦੇ ਸਾਡੇ ਦਰਸ਼ਕਾਂ ਨੂੰ ਸਪਾਈਨ ਤੇ ਪਲੱਸ ਜਿਹੜੇ ਨਿਊਰੋ ਦੇ ਸੰਬੰਧ ਦੇ ਵਿੱਚ ਕੀ ਜਾਂਦੇ ਕੋਈ ਇੱਕ ਜਿਹੜਾ ਟਿਪ ਆਫ ਦਾ ਇੰਟਰਵਿਊ ਕੀ ਕਹਿਣਾ ਚਾਹੋ? ਸਿਰਫ ਇੱਕੋ ਚੀਜ਼ ਕਹਿਣਾ ਚਾਹਾਂਗਾ ਕਿ ਸਪਾਈਨ ਸਰਜਰੀ ਇੱਕ ਸਕਸੈਸਫੁਲ ਸਰਜਰੀ ਹੈਗੀ ਹੈ। ਜਿਹੜਾ ਲੋਕਾਂ ਦੇ ਧਾਰਨਾ ਹੈਗੀ ਕਿ ਰੀੜ੍ਹ ਦੀ ਹੱਡੀ ਦੇ ਕੀਤੇ ਹੋਏ ਆਪਰੇਸ਼ਨ ਸਕਸੈਸਫੁਲ ਨਹੀਂ ਹੋ ਸਕਦੇ, ਲੱਤਾਂ ਰੁਕ ਜਾਂਦੀਆਂ, ਬਾਹਾਂ ਨਹੀਂ ਚੱਲਣਗੇ, ਪਿਸ਼ਾਬ ਨਹੀਂ ਰੁਕੇਗਾ, ਜ਼ਿੰਦਗੀ ਭਰ ਤੁਸੀਂ ਬਿਸਤਰੇ 'ਤੇ ਪਏ ਰਹੋਗੇ, ਉਹ ਸਾਰੇ ਜਿਹੜੇ ਹੈਗੇ ਉਹ ਮਿਥਸ ਹੈ ਤੇ ਗਲਤ ਫਹਿਮੀਆਂ ਹੈਗੀਆਂ। ਜੇ ਆਪਾਂ ਟਾਈਮ ਦੇ ਨਾਲ ਆਪਰੇਸ਼ਨ ਕਰੀਏ, ਜਦ ਕਿ ਉਸ ਦਾ ਪ੍ਰੋਪਰ ਇਲਾਜ ਹੋ ਸਕਦਾ, ਉਸ ਵੇਲੇ ਡਾਕਟਰ ਨੂੰ ਕੰਸਲਟ ਕਰੀਏ ਤਾਂ ਇਹਦੇ ਬਹੁਤ ਹੀ ਵਧੀਆ ਰਿਜ਼ਲਟ ਹੈਗੇ। ਪੇਨ ਫਰੀ ਬੰਦਾ ਘੁੰਮ ਸਕਦਾ ਹੈਗਾ, ਆਪਣੀ ਲੱਤਾਂ ਨੂੰ ਪ੍ਰੋਪਰਲੀ ਚਲਾ ਸਕਦਾ ਹੈਗਾ, ਇੱਕ ਨਾਰਮਲ ਜ਼ਿੰਦਗੀ ਬਤੀਤ ਕਰ ਸਕਦਾ ਹੈ। ਸੋ ਕਦੇ ਵੀ ਇਸ ਚੀਜ਼ 'ਚ ਨਾ ਸੋਚੋ ਕਿ ਆਪਾਂ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕਰਾਉਣਾ ਨਹੀਂ ਕਿਉਂਕਿ ਮੇਰੀ ਲੱਤਾਂ ਰੁਕ ਜਾਣਗੀਆਂ ਜਾਂ ਮੈਨੂੰ ਇਹ ਪ੍ਰੋਬਲਮ ਹੋਏਗੀ। ਇਹੋ ਇਹ ਮੇਰਾ ਇੱਕ ਸੰਦੇਸ਼ ਹੈਗਾ ਤੇ ਮੈਂ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਇਹ ਲੋਕਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ। ਬਹੁਤ ਸਾਰੇ ਸਾਡੇ ਕੋਲ ਮਰੀਜ਼ ਐਵੇਂ ਦੇ ਆਉਂਦੇ ਵਿਚਾਰੇ ਇੰਨੇ ਡਿਸੇਬਲਡ ਹੁੰਦੇ ਆ, ਬਟ ਸਟਿਲ ਉਹ ਕਹਿੰਦੇ ਕਿ ਮੇਰੇ ਤੋਂ ਆਪਰੇਸ਼ਨ ਨਹੀਂ ਕਰਾਉਣਾ ਕਿਉਂਕਿ ਮੈਨੂੰ ਉਸਨੇ ਕਿਹਾ ਕਿ ਆਪਰੇਸ਼ਨ ਨਹੀਂ ਹੋਣਾ ਚਾਹੀਦਾ, ਉਹ ਕਦੇ ਤੂੰ ਬਹਿ ਜਾਏਗਾ, ਹਾਲੇ ਤਾਂ ਫਿਰ ਵੀ ਤੂੰ ਦਰਦ ਹੀ ਸਾਰੇ ਦਰਦ ਸਹੀ ਜਾ। ਬਟ ਇਹ ਗੱਲ ਗਲਤ ਹੈਗੀ ਹੈ। ਆਪਾਂ ਨੂੰ ਉਸ ਨੂੰ ਇੱਕ ਕੁਆਲਿਟੀ ਆਫ ਲਾਈਫ ਦੇਣ ਦਾ ਪੂਰਾ ਉਹਨੂੰ ਵੀ ਹੱਕ ਹੈਗਾ। ਜਿਵੇਂ ਨੀ ਰਿਪਲੇਸਮੈਂਟ, ਹਿਪ ਰਿਪਲੇਸਮੈਂਟ ਬਹੁਤ ਰੈਵੋਲੂਸ਼ਨ ਲਿਆ ਕੇ ਬਹੁਤ ਲੋਕਾਂ ਨੂੰ, ਜਿਹਨਾਂ ਬਜ਼ੁਰਗਾਂ ਨੂੰ ਤੁਰਦਾ ਕੀਤਾ ਹੈਗਾ, ਇਸੇ ਤਰ੍ਹਾਂ ਰੀੜ੍ਹ ਦੇ ਵੀ ਇਲਾਜ ਹੈਗੇ ਹੈ, ਪ੍ਰੋਪਰ ਹੈਗੇ। ਟੈਕਨੋਲੋਜੀ ਬਹੁਤ ਡਿਵੈਲਪ ਹੋ ਚੁੱਕੀ ਹੈਗੀ ਹੈ ਜਿਹਦੇ ਨਾਲ ਕਿ ਆਪਾਂ ਲੋਕਾਂ ਨੂੰ ਬਹੁਤ ਫਾਇਦਾ ਦੇ ਸਕਦੇ ਹੈਗੇ ਜੇ ਉਹ ਕਿਸੇ ਵੀ ਅੰਧ ਵਿਸ਼ਵਾਸ ਨਾ ਜਾਵੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਥੈਂਕ ਯੂ ਸੋ ਮਚ। ਸਨ ਡਾਕਟਰ ਅਰੁਣ ਭੰਡਾਰੀ ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਆਉਂਦੀਆਂ ਕਿਵੇਂ ਨੇ, ਕਿਹੜੇ ਉਹ ਕਾਰਨ ਨੇ ਜਿਹਦੇ ਕਰਕੇ ਜਿਹੜਾ ਬਾਡੀ ਦੇ ਅੰਦਰ ਜਿਹੜਾ ਕੈਲਸ਼ੀਅਮ ਜਿਹੜਾ ਉਹ ਜਮ੍ਹਾਂ ਹੋ ਜਾਂਦਾ, ਕਿਸ ਤਰੀਕੇ ਦੇ ਨਾਲ ਜਿਹੜਾ ਅਸੀਂ ਰੀੜ੍ਹ ਦੀ ਹੱਡੀ ਦੇ ਦਿਮਾਗ ਦੇ ਵਿੱਚ ਇੱਕ ਕਨਸੈਪਟ ਬਣਿਆ ਹੋਇਆ ਕਿ ਰੀੜ੍ਹ ਦੀ ਹੱਡੀ ਦਾ ਇਹ ਆਪਰੇਸ਼ਨ ਕਰਾਵਾਂਗੇ ਤਾਂ ਸਾਡੀਆਂ ਲੱਤਾਂ ਖੜ ਜਾਣਗੀਆਂ, ਸਾਡੀਆਂ ਬਾਹਾਂ ਖੜ ਜਾਣਗੀਆਂ, ਕਿਉਂਕਿ ਬਾਡੀ ਦੀਆਂ ਜਿੰਨੀਆਂ ਵੀ ਨਾੜਾਂ ਹੁੰਦੀਆਂ ਨੇ ਉਹ ਸਾਰੀਆਂ ਰੀੜ੍ਹ ਦੀ ਹੱਡੀ ਦੇ ਵਿੱਚੋਂ ਨਿਕਲ ਕੇ ਜਾਂਦੀਆਂ। ਦਿਮਾਗ ਦੇ ਵਿੱਚ ਇੱਕ ਕਨਸੈਪਟ ਬਣਿਆ ਹੋਇਆ ਕਿ ਜਿਹੜੀ ਮੇਰੀ ਲੱਤ ਖੜ ਜਾਏਗੀ ਜਾਂ ਮੇਰੀ ਬਾਂਹ ਖੜ ਜਾਏਗੀ। ਸੋ ਡਾਕਟਰ ਸਾਹਿਬ ਨੇ ਭਰੋਸਾ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਸਕਸੈਸਫੁਲ ਤਰੀਕੇ ਦੇ ਨਾਲ ਜਿਹੜੇ ਅੱਜ ਆਪਰੇਸ਼ਨ ਕਰਾਉਣ ਤੋਂ ਬਾਅਦ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ, ਤੇ ਬਿਲਕੁਲ ਘਬਰਾਓ ਨਾ, ਤੇ ਜੇਕਰ ਲੋੜ ਪੈਂਦੀ ਹੈ ਤਾਂ ਇੱਕ ਕੰਸਲਟੈਂਟ ਜਿਹੜਾ ਸਫਲ ਕੰਸਲਟੈਂਟ ਹੈ
ਉਹਦੇ ਨਾਲ ਸੰਪਰਕ ਕਰੋ ਤੇ ਉਸ ਤੋਂ ਬਾਅਦ ਜਿਹੜਾ ਉਹ ਜਿੱਦਾਂ ਉਹ ਰਾਏ ਦਿੰਦੇ ਨੇ ਤੇ ਉਸ ਦੇ ਮੁਤਾਬਕ ਚੱਲੋ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਘਰ ਕਰ ਦਿਓ, ਕਿਉਂਕਿ ਇਹ ਗੱਲਬਾਤ ਜਿਹੜੀ ਹੈ ਜੇਕਰ ਇੱਕ ਵੀ ਅਜਿਹੇ ਬੰਦੇ ਤੱਕ ਪਹੁੰਚਦੀ ਹੈ ਜਿਹਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤੇ ਉਸ ਦੇ ਵਿੱਚੋਂ ਉੱਭਰ ਕੇ ਬਾਹਰ ਨਿਕਲ ਕੇ ਆਉਂਦਾ, ਤਾਂ ਅਸੀਂ ਸਮਝਾਂਗੇ ਕਿ ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।